ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ। ਦੋਸਤੋ, ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਨੀਂਹ ਦੇ ਬਾਰੇ ਸਿੱਖ ਰਹੇ ਸੀ। ਅਸੀਂ ਨੀਂਹ ਦੀ ਮਜ਼ਬੂਤੀ ਬਾਰੇ ਜਾਣਿਆ, ਅਸੀਂ ਨੀਂਹ ਦੇ ਸਿਧਾਂਤਾਂ ਨੂੰ ਜਾਣਿਆ, ਅਸੀਂ ਜਾਣਿਆ ਕਿ ਨੀਂਹ ਦੀ ਤਾਕਤ ਜ਼ਿੰਦਗੀ ਦੀ ਗੁਣਵੱਤਾ ਨੂੰ ਤੈਅ ਕਰਦੀ ਹੈ। ਇਸ ਦੇ ਵਿੱਚ ਅਸੀਂ ਚੱਟਾਨ ਦੀ ਸਥਿਰਤਾ ਅਤੇ ਰੇਤ ਦੀ ਅਸਥਿਰਤਾ, ਫਿਰ ਅਸੀਂ ਦੇਖਿਆ ਕਿ ਜ਼ਿੰਦਗੀ ਦੇ ਤੂਫਾਨ ਨੀਂਹ ਦੀ ਗੁਣਵੱਤਾ ਨੂੰ ਪ੍ਰਗਟ ਕਰਦੇ ਹਨ ਅਤੇ ਇਹ ਵੀ ਵੇਖਿਆ ਕਿ ਨੀਂਹ ਦਾ ਭੇਦ ਮਸੀਹ ਦੇ ਪ੍ਰਤੀ ਆਗਿਆਕਾਰੀ ਹੈ। ਦੋਸਤੋ, ਅੱਜ ਤੋਂ ਅਸੀਂ ਇੱਕ ਹੋਰ ਨਵੇਂ ਵਿਸ਼ੇ ਦੇ ਉੱਤੇ ਆਪਣੇ ਅਧਿਐਨ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਸਾਡਾ ਵਿਸ਼ਾ ਹੈ ਬਾਈਬਲ ਦੀ ਭਵਿੱਖਬਾਣੀ ਦੀ ਕੁੰਜੀ। ਇਸ ਦਾ ਅਸੀਂ ਲੜੀਵਾਰ ਅਧਿਐਨ ਕਰਾਂਗੇ। ਬਾਈਬਲ ਦੀ ਭਵਿੱਖਬਾਣੀ ਦੀ ਕੁੰਜੀ ਦੀ ਲੜੀ ਦਾ ਇਹ ਸਾਡਾ ਪਹਿਲਾ ਪ੍ਰੋਗਰਾਮ ਹੋਏਗਾ। ਇਸ ਦੇ ਵਿੱਚ ਅਸੀਂ ਦਾਨੀਏਲ ਦੀ ਪੁਸਤਕ ਦਾ ਅਧਿਐਨ ਕਰਾਂਗੇ। ਦਾਨੀਏਲ ਦੀ ਪੁਸਤਕ ਇੱਕ ਭਵਿੱਖਬਾਣੀ ਦੀ ਪੁਸਤਕ ਮੰਨੀ ਜਾਂਦੀ ਹੈ। ਬਾਈਬਲ ਦੀਆਂ ਸਭ ਤੋਂ ਜ਼ਿਆਦਾ ਜਾਣੀਆਂ ਪਛਾਣੀਆਂ ਕਹਾਣੀਆਂ ਵਿੱਚੋਂ ਕੁਝ ਕਹਾਣੀਆਂ ਦਾਨੀਏਲ ਦੀ ਪੁਸਤਕ ਦੇ ਵਿੱਚ ਹੀ ਪਾਈਆਂ ਜਾਂਦੀਆਂ ਹਨ। ਇਹ ਕਹਾਣੀਆਂ ਬਹੁਤ ਹੀ ਦਿਲਚਸਪ ਹਨ। ਇਹਨਾਂ ਦੀਆਂ ਰੂਪਰੇਖਾ ਇਸ ਪ੍ਰਕਾਰ ਹੈ। ਇਸ ਪੁਸਤਕ ਯਾਨੀ ਕਿ ਬਾਈਬਲ ਦੀ ਪਰਖ, ਇਸ ਦੇ ਵਿੱਚ ਅਸੀਂ ਵੇਖਾਂਗੇ ਬਾਈਬਲ ਉੱਤੇ ਆਧਾਰਿਤ ਖੋਜਾਂ ਦੀ ਗਵਾਹੀ ਦੀ ਖੋਜ ਕਰੋ, ਆਧੁਨਿਕ ਖੋਜਾਂ ਦੀ ਗਵਾਹੀ ਦੀ ਖੋਜ ਕਰੋ, ਮਸੀਹ ਦੀ ਗਵਾਹੀ ਦੀ ਖੋਜ ਕਰੋ, ਪੁਸਤਕ ਦਾ ਮੁੱਖ ਵਿਸ਼ਾ। ਸੋ ਦੋਸਤੋ, ਕੀ ਤੁਸੀਂ ਤਿਆਰ ਹੋ ਇੱਕ ਨਵੇਂ ਅਧਿਐਨ ਦੇ ਵਿੱਚ ਅੱਗੇ ਵਧਣ ਦੇ ਲਈ? ਸੋ ਆਓ ਦੇਰ ਨਾ ਕਰਦੇ ਹੋਏ ਵਧਦੇ ਹਾਂ ਆਪਣੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਵੱਲ ਲਗਾਈਏ ਔਰ ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਸਰੋਤਾ ਦੋਸਤੋ, ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਤਰ੍ਹਾਂ ਹੋਵੇਗੀ। ਨੰਬਰ 1, ਇਸ ਪੁਸਤਕ ਦੀ ਪਰਖ। ਭਾਗ ਊੜਾ, ਬਾਈਬਲ ਉੱਤੇ ਆਧਾਰਿਤ ਖੋਜਾਂ ਦੀ ਗਵਾਹੀ ਦੀ ਖੋਜ ਕਰੋ। ਭਾਗ ਐੜਾ, ਆਧੁਨਿਕ ਖੋਜਾਂ ਦੀ ਗਵਾਹੀ ਦੀ ਖੋਜ ਕਰੋ। ਭਾਗ ਈੜੀ, ਮਸੀਹ ਦੀ ਗਵਾਹੀ ਦੀ ਖੋਜ ਕਰੋ। ਨੰਬਰ 2, ਪੁਸਤਕ ਦਾ ਮੁੱਖ ਵਿਸ਼ਾ। ਅਸੀਂ ਆਪਣੇ ਕਲੀਸਿਆ ਅਨੁਭਵ ਦੇ ਸਭ ਤੋਂ ਪਹਿਲੇ ਦਿਨਾਂ ਤੋਂ ਦਾਨੀਏਲ ਦੀ ਪੁਸਤਕ ਨੂੰ ਪਸੰਦ ਕਰ ਚੁੱਕੇ ਹਾਂ। ਬਾਈਬਲ ਦੀਆਂ ਸਭ ਤੋਂ ਵੱਧ ਜਾਣੀਆਂ ਪਛਾਣੀਆਂ ਕਹਾਣੀਆਂ ਵਿੱਚੋਂ ਕੁਝ ਇਸ ਪੁਸਤਕ ਵਿੱਚ ਪਾਈਆਂ ਜਾਂਦੀਆਂ ਹਨ। ਸਾਡੇ ਵਿੱਚੋਂ ਸਾਰੇ ਯਾਦ ਕਰ ਸਕਦੇ ਹਨ ਜਦੋਂ ਪਹਿਲੀ ਵਾਰ ਸਾਨੂੰ ਕਿਸੇ ਅੱਛੇ ਸੰਡੇ ਸਕੂਲ ਦੇ ਅਧਿਆਪਕ ਨੇ ਦੁਆਰਾ ਦਾਨੀਏਲ ਦੇ ਸ਼ੇਰਾਂ ਦੇ ਘੁਰੇ ਵਿੱਚ ਹੋਣ ਦੇ ਬਾਰੇ ਦੱਸਣ ਦੇ ਲਈ ਸਾਨੂੰ ਸਿਖਾਇਆ ਸੀ। ਅਸੀਂ ਸਾਰੇ ਉਹਨਾਂ ਫਲਾਉਣ ਦੇ ਕੱਪੜੇ ਉੱਤੇ ਕੁਲੀਨੀਆਂ ਇਬਰਾਨੀ ਬੱਚਿਆਂ ਦੀਆਂ ਅੱਗ ਦੀ ਭੱਠੀ ਵਿੱਚ ਹੋਣ ਦੀਆਂ ਤਸਵੀਰਾਂ ਨੂੰ ਪੂਰੀ ਤਰ੍ਹਾਂ ਯਾਦ ਕਰ ਸਕਦੇ ਹਾਂ। ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਸੀ ਤਦ ਸਾਡੇ ਵਿੱਚੋਂ ਕੁਝ ਕੁ ਨੇ ਨਬੂਕਦਨਜ਼ਰ ਦੇ ਵੱਡੇ ਜੰਗਲੀ ਦਰਿੰਦੇ ਦਾ ਅਧਿਐਨ ਕੀਤਾ ਸੀ ਅਤੇ ਭਵਿੱਖਬਾਣੀ ਨਾਲ ਜੁੜੇ ਅਰਥ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਸੀਂ ਕੰਧ ਉੱਤੇ ਦੱਸੀ ਹੱਥ ਲਿਖਤ ਦੀ ਭੌਤਿਕ ਚੇਤਾਵਨੀ ਨੂੰ ਯਾਦ ਕਰਦੇ ਹਾਂ ਜੋ ਇਸ ਪੁਸਤਕ ਦਾ ਇੱਕ ਹਿੱਸਾ ਹੈ। ਜਿਉਂ-ਜਿਉਂ ਅਸੀਂ ਭਵਿੱਖਬਾਣੀ ਨਾਲ ਆਪਣੇ ਪ੍ਰੇਮ ਵਿੱਚ ਵੱਧਦੇ ਗਏ, ਸਾਡੇ ਵਿੱਚੋਂ ਜ਼ਿਆਦਾਤਰ ਦਾਨੀਏਲ ਦੇ 70 ਸਾਥੀਆਂ ਦੀ ਖੋਜ ਵਿੱਚ ਖੁੱਭਣ ਦਾ ਮੌਕਾ ਪਾਇਆ ਸੀ ਜੋ ਸਾਡੇ ਵਾਸਤੇ ਇਸ ਪੁਸਤਕ ਦੇ 9ਵੇਂ ਅਧਿਆਇ ਵਿੱਚ ਕਲਮਬੰਦ ਕੀਤੇ ਗਏ ਹਨ। ਇਸ ਪੁਸਤਕ ਦੇ ਇਹ ਜਾਣੇ ਪਛਾਣੇ ਹਿੱਸੇ ਨੇ ਸਾਨੂੰ ਇਸ ਨੂੰ ਪੜ੍ਹਨਾ ਅਤੇ ਸਮਝਣ ਲਈ ਪੁਕਾਰਦੇ ਹਨ ਅਤੇ ਜੋ ਇਹ ਸਾਨੂੰ ਸਿਖਾਉਂਦੀ ਹੈ ਉਸ ਬਾਰੇ ਜ਼ਿਆਦਾ ਜਾਣਨ ਲਈ ਚਾਹਤ ਪੈਦਾ ਕਰਦੇ ਹਨ। ਨਵੇਂ ਨੇਮ ਵਿੱਚ ਇੱਕ ਐਤ ਹੈ ਜੋ ਇਸ ਪੁਸਤਕ ਦੇ ਅਰਥ ਨੂੰ ਸਮਝਣ ਲਈ ਕੁੰਜੀ ਹੈ। ਮੈਂ ਚਾਹਾਂਗਾ ਕਿ ਆਪ ਆਪਣੀਆਂ ਬਾਈਬਲਾਂ ਨੂੰ ਠੀਕ ਉੱਥੋਂ ਖੋਲ੍ਹੋ ਤਾਂ ਕਿ ਉਹ ਇਸ ਨੂੰ ਖੁਦ ਦੇਖ ਸਕੋ ਅਤੇ ਮੈਂ ਨਹੀਂ ਚਾਹੁੰਦਾ ਕਿ ਆਪ ਨੂੰ ਇਸ ਨੂੰ ਲਿਖਣਾ ਭੁੱਲ ਜਾਓ, ਕਿਉਂਕਿ ਇਹ ਇੱਕ ਇਹੋ ਜਿਹੀ ਐਤ ਹੈ ਜੋ ਦਾਨੀਏਲ ਦੀ ਪੁਸਤਕ ਨੂੰ ਇਸ ਦੇ ਠੀਕ ਰੂਪ ਪ੍ਰਦਾਨ ਕਰਦੀ ਹੈ ਅਤੇ ਸਾਨੂੰ ਇਹ ਸਮਝਣ ਵਿੱਚ ਮਦਦ ਕਰਦੀ ਹੈ ਜੋ ਇਹ ਅਗਲੇ ਹਫ਼ਤਿਆਂ ਦੇ ਦੌਰਾਨ ਸਿਖਾਉਣ ਜਾ ਰਹੇ ਹਾਂ। ਲੂਕਾ 21 ਦੇ 24 ਦੇ ਵਚਨ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ, ਉਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ
ਅਤੇ ਬੰਧੂਏ ਹੋ ਕੇ ਸਭ ਕੌਮਾਂ ਵਿੱਚ ਪਹੁੰਚਾਏ ਜਾਣਗੇ ਔਰ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ ਜਦ ਤੱਕ ਪਰਾਈਆਂ ਕੌਮਾਂ ਦਾ ਸਮਾਂ ਪੂਰਾ ਨਾ ਹੋਵੇ। ਹੁਣ ਇੱਥੇ ਉਹ ਵਚਨ ਜਦ ਤੱਕ ਪਰਾਈਆਂ ਕੌਮਾਂ ਦੇ ਸਮੇਂ ਪੂਰਾ ਨਾ ਹੋ ਜਾਵੇ। ਹੇ ਮਨੁੱਖੋ ਅਤੇ ਔਰਤੋ, ਦਾਨੀਏਲ ਦੀ ਪੁਸਤਕ ਪਰਾਈਆਂ ਕੌਮਾਂ ਦੇ ਸਮਿਆਂ ਦੇ ਬਾਰੇ ਪੁਸਤਕ ਹੈ। ਦਾਨੀਏਲ ਪਰਾਈਆਂ ਕੌਮਾਂ ਦੇ ਸਮਿਆਂ ਦਾ ਨਬੀ ਹੈ। ਉਹ ਇੱਕ ਦਰਸ਼ਨ ਦੇ ਰੂਪ ਵਿੱਚ ਆਪਣੇ ਜ਼ਮਾਨੇ ਦੀਆਂ ਪਰਾਈਆਂ ਕੌਮਾਂ ਦੀਆਂ ਪਾਤਸ਼ਾਹੀਆਂ ਦੇ ਖੜੇ ਹੋਣ ਅਤੇ ਢਹਿ ਢੇਰੀ ਹੋਣ ਦੀ ਤਸਵੀਰ ਨੂੰ ਉਲੀਕਦਾ ਹੈ ਅਤੇ ਉਹ ਇੱਕ ਦੁਰਾਡੇ ਦਰਸ਼ਨ ਨਾਲ ਯਿਸੂ ਮਸੀਹ ਦੇ ਯੁੱਗ ਦੇ ਨਾ ਆਉਣ ਤੱਕ ਦੀਆਂ ਵਿਸ਼ਵ ਦੀਆਂ ਸਾਰੀਆਂ ਪਾਤਸ਼ਾਹੀਆਂ ਦਾ ਪ੍ਰਕਾਸ਼ ਵੱਲ ਤੱਕਦਾ ਹੈ। ਦਾਨੀਏਲ ਇਸ ਜਗਤ ਲਈ ਭਵਿੱਖਬਾਣੀ ਦੇ ਕੈਲੰਡਰ ਨੂੰ ਸਾਡੇ ਲਈ ਪੇਸ਼ ਕਰਦਾ ਹੈ ਅਤੇ ਅਸਲ ਵਿੱਚ ਉਹ ਆਪਣੇ ਖੁਦ ਦੀ ਕੌਮ ਭਾਵ ਯਹੂਦੀ ਕੌਮ ਨਾਲ ਨਹੀਂ ਨਿਪਟ ਰਿਹਾ ਹੈ। ਅਸਲ ਵਿੱਚ ਪਰਮੇਸ਼ਰ ਦਾਨੀਏਲ ਦੀ ਪੁਸਤਕ ਵਿੱਚ ਕਦੇ ਵੀ ਯਹੂਦੀਆਂ ਨੂੰ ਮੇਰੀ ਕੌਮ ਦਾ ਜ਼ਿਕਰ ਨਹੀਂ ਕਰਦਾ। ਉਹ ਹਮੇਸ਼ਾ ਦਾਨੀਏਲ ਨਾਲ ਗੱਲਾਂ ਕਰਦਾ, ਉਹਨਾਂ ਨੂੰ ਤੇਰੇ ਲੋਕ ਵਜੋਂ ਪੁਕਾਰਦਾ ਹੈ, ਕਿਉਂਕਿ ਇਸ ਸਾਰੇ ਇਸਰਾਇਲ ਦੇ ਇਤਿਹਾਸ ਵਿੱਚ ਪਰਮੇਸ਼ਰ ਨੇ ਆਪਣੀ ਕੌਮ ਯਹੂਦੀਆਂ ਦੇ ਲਈ ਆਪਣੀ ਯੋਜਨਾ ਨੂੰ ਇੱਕ ਪਾਸੇ ਕਰਕੇ ਰੱਖ ਦਿੱਤਾ ਹੋਇਆ ਹੈ। ਮਹਾਨ ਸਾਇੰਸਦਾਨ ਸਰ ਆਈਜ਼ੈਕ ਨਿਊਟਨ, ਜਿਸ ਨੇ ਗੁਰਗੱਥਾ ਦੇ ਸਿਧਾਂਤ ਦੀ ਖੋਜ ਕੀਤੀ ਸੀ, ਉਸਨੇ ਆਪਣੀ ਪੁਸਤਕ ਵਿੱਚ ਇਹ ਸ਼ਬਦ ਲਿਖੇ ਸਨ। ਉਸਨੇ ਆਖਿਆ ਸੀ, ਜੋ ਵੀ ਦਾਨੀਏਲ ਦੀਆਂ ਭਵਿਸ਼ਵਾਣੀਆਂ ਦਾ ਤਿਰਸਕਾਰ ਕਰਦਾ ਹੈ ਉਹ ਤਾਂ ਇਸੇ ਤਰ੍ਹਾਂ ਹੀ ਕਰਦਾ ਹੈ ਜਿਵੇਂ ਕਿ ਉਹ ਮਸੀਹ ਧਰਮ ਨੂੰ ਹਲਕਾ ਕਰਕੇ ਲੈਂਦਾ ਹੈ, ਜੋ ਕਿ ਇੱਕ ਤਰ੍ਹਾਂ ਨਾਲ ਦਾਨੀਏਲ ਦੀਆਂ ਮਸੀਹ ਬਾਰੇ ਕੀਤੀਆਂ ਭਵਿੱਖਬਾਣੀਆਂ ਉੱਤੇ ਹੀ ਆਧਾਰਿਤ ਹੈ। ਅਤੇ ਵਿਸ਼ਵ ਬੈਸਕੋਟ ਨੇ ਐਲਾਨ ਕੀਤਾ ਸੀ ਕਿ ਪੁਰਾਣੇ ਨੇਮ ਦੀ ਹੋਰ ਕੋਈ ਵੀ ਪੁਸਤਕ ਦਾ ਮਸੀਹੀਅਤ ਦੇ ਵਿਕਾਸ ਵਿੱਚ ਇੰਨਾ ਮਹਾਨ ਯੋਗਦਾਨ ਨਹੀਂ ਹੈ। ਵਿਸ਼ਵ ਵੈਸਟਕੋਟ ਨੇ ਆਖਿਆ ਸੀ ਕਿ ਮਸੀਹ ਵਿਰੋਧੀ ਬਾਰੇ ਪਲੂਸ ਦੀਆਂ ਕੀਤੀਆਂ ਭਵਿੱਖਬਾਣੀਆਂ ਵਾਪਸ ਦਾਨੀਏਲ ਦੇ ਦਰਸ਼ਨਾਂ ਵੱਲ ਇਸ਼ਾਰਾ ਕਰਦੀਆਂ ਹਨ ਅਤੇ ਯਹੂਨਾ ਦਾ ਪ੍ਰਕਾਸ਼ ਜ਼ਿਆਦਾਤਰ ਦਾਨੀਏਲ ਉੱਤੇ ਹੀ ਆਧਾਰਿਤ ਹੈ। ਯਹੂਨਾ ਰਸੂਲ ਨਵੇਂ ਨੇਮ ਦਾ ਦਾਨੀਏਲ ਹੈ ਅਤੇ ਦਾਨੀਏਲ ਦੀ ਪੋਥੀ ਪੁਰਾਣੇ ਨੇਮ ਦੇ ਯਹੂਨਾ ਦਾ ਪ੍ਰਕਾਸ਼ ਹੈ ਅਤੇ ਦਾਨੀਏਲ ਦੀ ਪੋਥੀ ਅਤੇ ਪ੍ਰਕਾਸ਼ ਦੀ ਪੋਥੀ ਦੋਵੇਂ ਇਕੱਠੀਆਂ ਹੀ ਖੜੀਆਂ ਹੁੰਦੀਆਂ ਅਤੇ ਡਿੱਗਦੀਆਂ ਹਨ। ਇਸ ਤਰ੍ਹਾਂ ਦਾਨੀਏਲ ਦੀ ਪੁਸਤਕ ਦੀਆਂ ਮਹਾਨ ਭਵਿੱਖਬਾਣੀਆਂ ਤੋਂ ਇਨਕਾਰ ਕਰਨਾ ਅਤੇ ਉਹਨਾਂ ਨੂੰ ਇੱਕ ਪਾਸੇ ਰੱਖਣਾ ਸਾਨੂੰ ਅੱਗੇ ਹੋਣ ਵਾਲੀਆਂ ਘਟਨਾਵਾਂ ਨਾਲ ਸੰਬੰਧਿਤ ਭਵਿੱਖਬਾਣੀਆਂ ਦੇ ਬਚਨ ਦੇ ਗਿਆਨ ਤੋਂ ਵਾਂਝਿਆ ਕਰ ਦਿੰਦਾ ਹੈ। ਹੁਣ ਇੱਥੇ ਮੈਨੂੰ ਇਸ ਗੱਲ ਵੱਲ ਇਸ਼ਾਰਾ ਕਰਨ ਦੀ ਜ਼ਰੂਰਤ ਹੈ ਕਿ ਦਾਨੀਏਲ ਦੀ ਪੁਸਤਕ ਵਿਚਲੀਆਂ ਇਹ ਭਵਿੱਖਬਾਣੀਆਂ ਇੱਕ ਇਹੋ ਜਿਹੇ ਸਮੇਂ ਵਿੱਚ ਦਿੱਤੀਆਂ ਗਈਆਂ ਸਨ ਜਦੋਂ ਇਜ਼ਰਾਈਲ ਕੌਮ ਨੂੰ ਇੱਕ ਕੌਮ ਵਜੋਂ ਇੱਕ ਪਾਸੇ ਪਰਖਿਆ ਗਿਆ ਸੀ, ਜਦੋਂ ਪਰਾਈਆਂ ਕੌਮਾਂ ਦੇ ਸਮਿਆਂ ਦਾ ਆਰੰਭ ਹੋਇਆ ਸੀ ਅਤੇ ਉਹ ਅੰਤ ਤੱਕ ਪਹੁੰਚਣ ਵਾਲੀਆਂ ਸਦੀਆਂ ਦਾ ਇੱਕ ਲੰਬਾ ਝਾਕਾ ਪ੍ਰਦਾਨ ਕਰਦੀਆਂ ਹਨ। ਦਾਨੀਏਲ ਦੀ ਪੋਥੀ ਨਵੇਂ ਨੇਮ ਵਿਚਲੀ ਪ੍ਰਕਾਸ਼ ਦੀ ਪੋਥੀ ਦੀ ਕੁੰਜੀ ਹੈ ਅਤੇ ਜੋ ਕੋਈ ਵੀ ਬਾਈਬਲ ਦੀ ਆਖਰੀ ਪੁਸਤਕ ਨੂੰ ਸਮਝਣ ਦਾ ਉਦੇਸ਼ ਰੱਖਦਾ ਹੋਵੇ, ਜ਼ਰੂਰੀ ਹੈ ਕਿ ਉਹ ਇਸ ਦਾਨੀਏਲ ਦੀ ਪੁਸਤਕ ਵਿੱਚ ਬਹੁਤ ਸਾਰਾ ਸਮਾਂ ਬਤੀਤ ਕਰੇ। ਪ੍ਰਕਾਸ਼ ਦੀ ਪੋਥੀ ਵਿੱਚ ਇਸ ਤਰ੍ਹਾਂ ਦਾ ਹੋਰ ਕਿਸੇ ਵੀ ਪੁਸਤਕ ਨਾਲੋਂ ਵੱਧ ਹਵਾਲਾ ਦਿੱਤਾ ਗਿਆ ਹੈ। ਮੇਰਾ ਵਿਸ਼ਵਾਸ ਹੈ ਕਿ ਡਾਕਟਰ ਸੌਕਫੀਲਡ ਠੀਕ ਹੀ ਜਦੋਂ ਉਹ ਆਖਦਾ ਹੈ ਕਿ ਦਾਨੀਏਲ ਨਵੇਂ ਨੇਮ ਦੀ ਭਵਿੱਖਬਾਣੀ ਦੀ ਲਾਜ਼ਮੀ ਜਾਣ ਪਛਾਣ ਹੈ ਅਤੇ ਉਹ ਮੁੱਖ ਤੌਰ ਤੇ ਪਰਾਈਆਂ ਕੌਮਾਂ ਦੇ ਸਮਿਆਂ ਦਾ ਨਬੀ ਹੈ। ਹੁਣ ਜੇਕਰ ਆਪ ਇਸ ਪੁਸਤਕ ਦੀ ਇੱਕ ਰੂਪ-ਰੇਖਾ ਦੀ ਭਾਲ ਕਰ ਰਹੇ ਹੋ ਤਦ ਇਹ ਤਾਂ ਬਹੁਤ ਹੀ ਸਰਲ ਹੈ। 1 ਤੋਂ ਲੈ ਕੇ 6 ਅਧਿਆਇਆਂ ਵਿੱਚ ਇਤਿਹਾਸ ਹੈ ਅਤੇ 7 ਅਧਿਆਇ ਤੋਂ ਲੈ ਕੇ 10 ਅਧਿਆਇਆਂ ਵਿੱਚ ਭਵਿੱਖਬਾਣੀਆਂ ਹੈ। ਕਿਸੇ ਨੇ ਇਸ ਬਾਰੇ ਇਸ ਤਰ੍ਹਾਂ ਆਖਿਆ ਸੀ, 1 ਅਧਿਆਇ ਤੋਂ 6 ਅਧਿਆਇ ਵਿੱਚ ਦਾਨੀਏਲ ਰਾਜਿਆਂ ਦੇ ਅੱਗੇ ਪਰਮੇਸ਼ਰ ਦੇ ਭੇਤਾਂ ਨੂੰ ਪ੍ਰਗਟ ਕਰ ਰਿਹਾ ਸੀ ਅਤੇ 7 ਅਧਿਆਇ ਤੋਂ ਲੈ ਕੇ 10 ਅਧਿਆਇ ਵਿੱਚ ਸਵਰਗਦੂਤ ਦਾਨੀਏਲ ਦੇ ਅੱਗੇ ਪਰਮੇਸ਼ਰ ਦੇ ਭੇਤਾਂ ਨੂੰ ਪ੍ਰਗਟ ਕਰਦੇ ਹਨ। 1 ਅਧਿਆਇ ਤੋਂ ਲੈ ਕੇ 6 ਅਧਿਆਇ ਇਤਿਹਾਸ ਹੈ ਅਤੇ 7 ਅਧਿਆਇ ਤੋਂ ਲੈ ਕੇ 12 ਅਧਿਆਇ ਭਵਿੱਖਬਾਣੀਆਂ ਹੈ। ਹੁਣ ਮੈਂ ਆਪ ਨੂੰ ਇਸ ਪੁਸਤਕ ਨੂੰ ਸਮਝਣ ਲਈ ਇੱਕ ਸੰਕੇਤ ਦੱਸ ਦੇਵਾਂ। ਜੇਕਰ ਆਪ ਇਸ ਪੁਸਤਕ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਹੋ ਅਤੇ ਇਸ ਦਾ ਅਧਿਐਨ ਕਰਨ ਲਈ, ਤਦ ਭਾਵੇਂ ਇਸ ਸਮੇਂ ਦੀ ਤਰਬੀਨ ਨਾਲ ਲਿਖੀ ਗਈ ਹੈ, ਜਿਸ ਕਰਕੇ ਹਰੇਕ ਘਟਨਾ ਦੂਸਰੀ ਤੋਂ ਪਿੱਛੇ ਬਰਪਦੀ ਹੈ, ਆਪ ਇਸ ਨੂੰ ਬਹੁਤ ਉਲਝਣ ਵਿੱਚ ਪਾਉਣ ਵਾਲੇ ਪਾਓਗੇ, ਕਿਉਂਕਿ ਇਹ ਇਸ ਤਰ੍ਹਾਂ ਕਾਰਜਸ਼ੀਲ ਨਹੀਂ ਹੁੰਦਾ ਅਤੇ ਸਾਨੂੰ ਕੁਝ ਸਮਾਂ ਆਪ ਨੂੰ ਦਾਨੀਏਲ ਦੀ ਪੁਸਤਕ ਦੇ ਸਮੇਂ ਨਾਲ ਸੰਬੰਧਿਤ ਤਰਤੀਬ ਨੂੰ ਸਮਝਾਉਣ ਲਈ ਲਗਾਉਣਾ ਪਵੇਗਾ। ਜਾਣ ਪਛਾਣ ਵਜੋਂ ਮੈਨੂੰ ਆਪ ਨਾਲ ਇਹ ਵੰਡਣ ਦੀ ਲੋੜ ਹੈ ਕਿ ਦਾਨੀਏਲ ਦੀ ਇਸ ਪੁਸਤਕ ਦੀ ਬਾਈਬਲ ਦੀ ਹੋਰ ਕਿਸੇ ਵੀ ਪੁਸਤਕ ਨਾਲੋਂ ਵੱਧ ਬਾਈਬਲ ਦੇ ਆਲੋਚਕਾਂ ਦੁਆਰਾ ਨਿਖੇਧੀ ਕੀਤੀ ਗਈ ਹੈ ਤਾਂ ਉਤਪਤੀ ਦੀ ਪੁਸਤਕ ਦੇ ਪਹਿਲੇ 3 ਅਧਿਆਇ ਨਾਲੋਂ ਵੀ ਵੱਧ ਹਮਲਾ ਕੀਤਾ ਗਿਆ ਸੀ। ਭਾਵੇਂ ਯਸ਼ਾਇਆ ਨਬੀ ਦੀ ਪੁਸਤਕ
ਅਕਸਰ ਆਲੋਚਨਾ ਦੀ ਰਣਭੂਮੀ ਰਹੀ ਹੈ। ਇਹ ਉਹਨਾਂ ਵਿਸ਼ਾਲ ਲਿਖਤਾਂ ਵੱਲ ਕੋਈ ਨਜ਼ਰ ਨਹੀਂ ਕਰਦੀ ਜੋ ਇਸ ਪੁਸਤਕ ਦੇ ਵਿਰੁੱਧ ਲਿਖੀਆਂ ਗਈਆਂ ਹਨ। ਇਹ ਦਾਨੀਏਲ ਦੀ ਪੁਸਤਕ ਉਦਾਹਰਨ ਦੇ ਲਈ ਇੱਕ ਕੁੜੱਤਣ ਵਾਲਾ ਚਿੰਨ੍ਹ ਹੈ। ਇਹ ਉਹਨਾਂ ਦੇ ਲਈ ਇੱਕ ਨਿਰਾਸ਼ਾ ਹੈ ਅਤੇ ਇਸ ਕਰਕੇ ਉਹ ਆਪਣੀ ਸਾਰੀ ਸ਼ਕਤੀ ਇਸ ਦੀ ਵਿਸ਼ਵਾਸਯੋਗਤਾ ਨੂੰ ਨਾਸ਼ ਕਰਨ ਲਈ ਲਗਾਉਂਦਾ ਹੈ। ਦਾਨੀਏਲ ਦੀ ਪੁਸਤਕ ਦਾ ਤਿਰਸਕਾਰ ਇਸ ਦੇ ਆਲੋਚਕਾਂ ਦੇ ਦੁਆਰਾ ਕੀਤਾ ਜਾਣ ਦੀ ਕੁੰਜੀ ਬਹੁਤ ਸਰਲ ਹੈ। ਇਹ ਇਸ ਅਸਲੀਅਤ ਵਿੱਚ ਪਾਈ ਜਾਂਦੀ ਹੈ ਕਿ ਉਹਨਾਂ ਦੇ ਅਨੁਸਾਰ ਭਵਿੱਖਬਾਣੀ ਤਾਂ ਇੱਕ ਅਸੰਭਾਵਨਾ ਹੈ, ਹੋਣ ਵਾਲੀਆਂ ਘਟਨਾਵਾਂ ਨੂੰ ਪਹਿਲਾਂ ਤੋਂ ਦੱਸਣਾ, ਨਾ ਕਿ ਕੋਈ ਚੀਜ਼ ਨਹੀਂ ਹੈ। ਇਸ ਕਰਕੇ ਕੋਈ ਵੀ ਪੁਸਤਕ ਜਿਸ ਵਿੱਚ ਭਵਿੱਖਬਾਣੀਆਂ ਕੀਤੀਆਂ ਗਈਆਂ ਹੋਣ, ਉਹ ਜ਼ਰੂਰੀ ਹੈ ਕਿ ਉਹ ਉਹਨਾਂ ਭਵਿੱਖਬਾਣੀਆਂ ਦੇ ਪਹਿਲੇ ਵਰਪਨ ਤੋਂ ਬਾਅਦ ਹੀ ਲਿਖੀ ਗਈ ਹੋਵੇ। ਇਹੀ ਹੈ ਜੋ ਆਲੋਚਕ ਆਖਦੇ ਹਨ। ਉਹ ਆਖਦੇ ਹਨ ਕਿ ਦਾਨੀਏਲ ਨਬੀ ਨੇ ਇਹ ਪੁਸਤਕ ਮਸੀਹੀ ਦੇ ਦੌਰਾਨ ਨਹੀਂ ਸੀ ਲਿਖੀ, ਬਲਕਿ ਇਹ ਤਾਂ ਇੱਕ ਭਗਤ ਯਹੂਦੀ ਨੇ ਬਾਅਦ ਵਿੱਚ ਲਿਖੀ ਸੀ, ਸ਼ਾਇਦ ਮਕਬੀਆਂ ਦੇ ਸਮੇਂ ਦੇ ਦੌਰਾਨ। ਇਹ ਪੁਸਤਕ ਭਵਿੱਖਬਾਣੀ ਨਹੀਂ ਹੈ, ਬਲਕਿ ਇਹ ਤਾਂ ਕਥਾ ਸਿਹਤ ਨਾਵਲ ਹੈ ਜੋ ਕਿ ਭਵਿੱਖਬਾਣੀ ਵਾਂਗ ਲਿਖਿਆ ਗਿਆ ਹੈ ਤਾਂ ਕਿ ਇਹ ਇਸ ਦੇ ਪਾਠਕਾਂ ਲਈ ਹੋਰ ਜ਼ਿਆਦਾ ਰੋਚਕ ਹੋਵੇ। ਵਿਲਸਨ ਕੈਨਨ ਫੇਅਰ ਡਰੈਬਰ ਵਰਗੇ ਮਨੁੱਖ ਦਾਅਵਾ ਕਰਦੇ ਹਨ ਕਿ ਇਹ ਲਿਖਤ ਅਸੀਰੀ ਦੇ ਦੌਰਾਨ ਨਹੀਂ ਸੀ ਲਿਖੀ ਗਈ, ਬਲਕਿ ਇਹ ਤਾਂ ਕਈ ਸਦੀਆਂ ਬਾਅਦ ਵਿੱਚ ਲਿਖੀ ਗਈ ਸੀ। ਹੁਣ ਮੈਨੂੰ ਤੁਹਾਨੂੰ ਇਹ ਦੱਸਣ ਦੀ ਲੋੜ ਹੈ ਕਿ ਇਹ ਆਲੋਚਕ ਇੱਕ ਮਨੁੱਖ ਦੇ ਕਹੇ ਦੇ ਪਿੱਛੇ ਚੱਲਦੇ ਹਨ ਜੋ 233 ਈਸਵੀ ਵਿੱਚ ਹੋਇਆ ਸੀ, ਜਿਸ ਦਾ ਨਾਮ ਪ੍ਰੋਫੈਸੀ ਸੀ। ਇਸ ਮਨੁੱਖ ਨੇ ਇੱਕ ਮਨੁੱਖ ਦੇ ਅਧੀਨ ਪੜ੍ਹਾਈ ਕੀਤੀ ਸੀ ਜਿਸ ਦਾ ਨਾਮ ਓਰੀਗਨ ਸੀ, ਜੋ ਫਿਲਿਸਤੀਨੀ ਦੇ ਸ਼ਹਿਰ ਕੇਸਰੀਆ ਵਿੱਚ ਸੀ, ਅਤੇ ਇਹ ਸੋਚਿਆ ਗਿਆ ਹੈ ਕਿ ਇੱਕ ਸਮੇਂ ਉਸ ਦੀ ਪੜ੍ਹਾਈ ਦੇ ਦੌਰਾਨ ਉਸ ਨੇ ਤਾਂ ਯਿਸੂ ਮਸੀਹ ਵਿੱਚ ਵਿਸ਼ਵਾਸ ਦਾ ਇਕਰਾਰ ਵੀ ਕੀਤਾ ਸੀ। ਕਿਸੇ ਨਾ ਕਿਸੇ ਤਰ੍ਹਾਂ ਉਸ ਨੇ ਓਰਗਨ ਦੀ ਪਾਠਸ਼ਾਲਾ ਨੂੰ ਛੱਡ ਕੇ ਰੋਮ ਜਾਣ ਦਾ ਰਾਸਤਾ ਪਕੜ ਲਿਆ। ਉਸ ਮੁੱਖ ਸ਼ਹਿਰ ਵਿੱਚ ਉਸ ਨੇ ਵਿਸ਼ਵ ਪ੍ਰਸਿੱਧ ਨੈਪਲੇਟਾਨਿਕ ਦਰਸ਼ਨ ਦੇ ਅਧਿਐਨ ਪੜ੍ਹਾਈ ਕੀਤੀ ਸੀ, ਜਿਸ ਦਾ ਨਾਮ ਪਲੋਟੀਸਮ ਸੀ। ਉਹ ਇਸ ਮਨੁੱਖ ਦਾ ਇੱਕ ਸ਼ਰਧਾਪੂਰਵਕ ਚੇਲਾ ਬਣ ਗਿਆ ਸੀ। ਉਸ ਦੀਆਂ ਸਿੱਖਿਆਵਾਂ ਨੇ ਉਸ ਦੇ ਜੀਵਨ ਉੱਤੇ ਭਾਰੂ ਹੋ ਗਈਆਂ ਸਨ। ਉਹ ਇੱਕ ਬੁੱਧੀਮਾਨ ਵਿਦਿਆਰਥੀ ਸੀ ਜੋ ਮਹਾਨ ਸਿੱਖਿਆਰਥੀ ਵਜੋਂ ਪ੍ਰਸਿੱਧ ਸੀ, ਅਤੇ ਉਸ ਨੂੰ ਇਤਿਹਾਸਕ ਅਤੇ ਦਰਸ਼ਨਿਕ ਖੋਜ ਦਾ ਵਰਦਾਨ ਪ੍ਰਾਪਤ ਸੀ। ਉਹ ਬਹੁਤ ਦੇ ਬਾਅਦ ਦਾ ਪੁਜਾਰੀ ਬਣ ਗਿਆ ਸੀ, ਭਾਵ ਉਸ ਨੇ ਅਨੇਕਾਂ ਦੇਵਤਿਆਂ ਨੂੰ ਗਲੇ ਲਗਾਉਣਾ ਅਤੇ ਉਹਨਾਂ ਦੀ ਪੂਜਾ ਕਰਨਾ ਆਰੰਭ ਕਰ ਦਿੱਤਾ ਸੀ। ਉਸ ਦੇ ਵਾਂਗ ਹੀ ਇਹ ਸੋਚਿਆ ਸੀ ਕਿ ਉਹਨਾਂ ਦਾ ਮਹਾਨ ਬੈਰੀ ਮਸੀਹ ਸੀ, ਅਤੇ ਇਸ ਤਰ੍ਹਾਂ ਉਸ ਦੇ ਜੀਵਨ ਕਾਲ ਦੇ ਦੌਰਾਨ ਪ੍ਰੋਫੈਸੀ ਨੇ 15 ਕਿਤਾਬਾਂ ਲਿਖੀਆਂ ਸਨ, ਅਤੇ ਉਸ ਨੇ ਇਹਨਾਂ ਪੁਸਤਕਾਂ ਦੀ ਸਮੁੱਚੀ ਲੜੀ ਨੂੰ ਅੰਗੇਸ ਦਾ ਕ੍ਰਿਸਚਨ ਨਾਮ ਦੇ ਦਿੱਤਾ ਸੀ, ਅਤੇ ਨਿਸ਼ਚਿਤ ਤੌਰ ਤੇ ਉਹ ਐਵੇਂ ਹੀ ਸਨ। ਇਹ ਕੌੜੀਆਂ ਪੁਸਤਕਾਂ ਨੇ ਉਸ ਲਈ ਇਸ ਨਿਸ਼ਚਾ ਦੇ ਸਾਰੇ ਵੈਰੀਆਂ ਵਿੱਚੋਂ ਸਭ ਤੋਂ ਵੱਧ ਲੋਭੀ ਅਤੇ ਦੁਸ਼ਟ ਹੋਣ ਦੀ ਸਾਖ ਨੂੰ ਹਾਸਲ ਕਰ ਲਿਆ ਸੀ। ਹੁਣ ਪ੍ਰੋਫੈਸੀ ਕੋਲ ਖੋਜ ਦੀ ਮੁਹਾਰਤ ਸੀ। ਉਹ ਤਾਂ ਬਸ ਕੋਈ ਅਗਿਆਨੀ ਆਲੋਚਕ ਨਹੀਂ ਸੀ, ਉਹ ਤਾਂ ਇੱਕ ਬੁੱਧੀਮਾਨ ਆਲੋਚਕ ਸੀ। ਉਸ ਨੇ ਪਿੱਛੇ ਜਾ ਕੇ ਸਾਰੀਆਂ ਮੂਲ ਲਿਖਤਾਂ ਜੋ ਵੀ ਉਸ ਦੇ ਹੱਥ ਲੱਗੀਆਂ ਸਨ, ਉਹਨਾਂ ਦੀ ਖੋਜ ਮਸੀਹਤ ਦੇ ਆਧਾਰ ਨੂੰ ਤਬਾਹ ਕਰਨ ਦੀ ਉਦੇਸ਼ ਨਾਲ ਕੀਤੀ। ਉਸ ਨੇ ਇਹ ਸਿੱਧ ਕਰਨ ਲਈ ਸਭ ਕੁਝ ਕੀਤਾ ਸੀ ਕਿ ਇਹ ਪੁਸਤਕ ਦਾਨੀਏਲ ਦੇ ਦੁਆਰਾ ਨਹੀਂ ਸੀ ਲਿਖੀ ਗਈ, ਬਲਕਿ ਇਹ ਤਾਂ 165 ਈਸਵੀ ਪੂਰਵ ਦੇ ਲਗਭਗ ਲਿਖੀ ਗਈ ਸੀ, ਜਦੋਂ ਕਿ ਮੈਕਵਿਨ ਯੁੱਗ ਚੱਲ ਰਿਹਾ ਸੀ। ਅਤੇ ਇਹ ਸੀ ਕਿ ਉਹ ਸਾਰੀਆਂ ਘਟਨਾਵਾਂ ਜਿਨ੍ਹਾਂ ਦੇ ਬਾਰੇ ਦਾਨੀਏਲ ਨਬੀ ਨੇ ਭਵਿੱਖਬਾਣੀ ਕੀਤੀ ਸੀ, ਉਹ ਅਸਲ ਵਿੱਚ ਉਹਨਾਂ ਦੇ ਪਹਿਲੇ ਹੀ ਵਾਪਰ ਚੁੱਕਣ ਤੋਂ ਬਾਅਦ ਲਿਖੀਆਂ ਗਈਆਂ ਸਨ। ਪ੍ਰੋਫੈਸੀ ਨੇ ਆਖਿਆ ਸੀ ਕਿ ਇੱਕ ਸਮੁੱਚੀ ਕਿਣਤ ਲਿਖਤ ਇੱਕ ਦੋਗਲਾ ਝੂਠ ਸੀ ਜੋ ਇਸ ਦੇ ਪਹਿਲਾਂ ਹੀ ਰਚੇ ਜਾਣ ਦੀ ਸੰਭਾਵਨਾ ਤੋਂ 400 ਸਾਲ ਬਾਅਦ ਪੈਦਾ ਹੋਇਆ। ਸਾਰੇ ਅਮਰੀਕਨ ਆਲੋਚਕ, ਜਿਨ੍ਹਾਂ ਵਿੱਚ ਫੇਅਰ ਅਤੇ ਡਰਾਈਵਰ ਅਤੇ ਉਹਨਾਂ ਵਿੱਚ ਬਾਕੀ ਸਾਰੇ, ਉਹ ਸਭ ਜੋ ਉਹਨਾਂ ਕੀਤਾ ਹੈ ਉਹ ਤਾਂ ਬਸ ਦਾਨੀਏਲ ਦੀ ਪੁਸਤਕ ਦੇ ਬਾਰੇ ਪੁਰਾਣੇ ਪ੍ਰੋਫੈਸੀ ਦੇ ਝੂਠ ਦੀ ਦੁਆਰਾ ਵਰਤੋਂ ਕਰਨਾ ਹੈ। ਉਹ ਕਿਸੇ ਨਵੀਂ ਸੱਚਾਈ ਨੂੰ ਸਾਹਮਣੇ ਨਹੀਂ ਲਿਆਏ ਹਨ, ਉਹ ਕਿਸੇ ਨਵੀਂ ਆਲੋਚਨਾ ਨੂੰ ਸਾਹਮਣੇ ਨਹੀਂ ਲਿਆਏ ਹਨ। ਉਹ ਤਾਂ ਬਸ ਪ੍ਰੋਫੈਸੀ ਨੂੰ ਲੈਂਦੇ ਹਨ ਅਤੇ ਉਸ ਨੂੰ ਦੁਬਾਰਾ ਕੰਮ ਵਿੱਚ ਲਿਆਉਂਦੇ ਅਤੇ ਸਾਡੇ ਸਾਹਮਣੇ ਉਸ ਨੂੰ ਖੋਲ੍ਹਦੇ ਹਨ, ਅਤੇ ਸਾਤੋਂ ਇਹ ਆਸ ਕਰਦੇ ਹਨ ਕਿ ਅਸੀਂ ਇਹ ਵਿਸ਼ਵਾਸ ਕਰ ਲਈਏ ਕਿ ਉਹ ਆਪਣਾ ਘਰ ਕਰਨ ਵਾਲਾ ਸਕੂਲੀ ਬੱਚਿਆਂ ਵਾਲਾ ਕਿਤਾਬੀ ਕੰਮ ਕਰ ਚੁੱਕੇ ਹਨ। ਆਪ ਮੈਨੂੰ ਆਖਦੇ ਹੋ, ਪਾਸਵਾਨ ਜਰਮੀਆ ਜੀ, ਅਸੀਂ ਇਸ ਨਾਲ ਕੀ ਕਰੀਏ? ਅਸੀਂ ਸਮੁੱਚੇ ਸਮੇਂ ਇਸ ਬਾਰੇ ਗੱਲ ਕਰਦਿਆਂ ਨਹੀਂ ਬਿਤਾ ਸਕਦੇ ਕਿ ਦਾਨੀਏਲ ਸੱਚਮੁੱਚ ਹੈ ਜਾਂ ਨਹੀਂ, ਅਤੇ ਇਹ ਪੁਸਤਕ ਤਰਕ ਸੰਗਤ ਹੈ ਜਾਂ ਨਹੀਂ। ਅਸੀਂ ਇਹ ਨਹੀਂ ਕਹਿਣ ਜਾ ਰਹੇ,
ਪਰ ਸਾਨੂੰ ਇਹ ਪੁਸਤਕ ਦੀ ਆਲੋਚਨਾ ਦੇ ਮਸਲੇ ਬਾਰੇ ਕੁਝ ਮਹੱਤਵਪੂਰਨ ਗੱਲਾਂ ਆਖਣ ਦੇ ਲਈ ਕੁਝ ਪਲ ਲੈਣ ਦੀ ਜ਼ਰੂਰਤ ਹੈ। ਸਾਨੂੰ ਇਸ ਦੀ ਕੋਈ ਚਿੰਤਾ ਨਹੀਂ ਕਰਨੀ ਪੈਣੀ, ਪਰ ਜਦੋਂ ਕਿ ਅਸੀਂ ਇਸ ਭਵਿੱਖਬਾਣੀ ਦਾ ਅਧਿਐਨ ਆਰੰਭ ਕਰਦੇ ਹਾਂ, ਸਾਡੇ ਲਈ ਕੁਝ ਗੱਲਾਂ ਦਾ ਜਾਣਨਾ ਮਹੱਤਵਪੂਰਨ ਹੈ ਜੋ ਆਪ ਨੂੰ ਜਾਣ ਪਛਾਣ ਵਜੋਂ ਜਾਣਨੀਆਂ ਚਾਹੀਦੀਆਂ ਹਨ। ਨੰਬਰ 1, ਕਿਤਾਬ ਦੀ ਪਰਖ। ਦਾਨੀਏਲ ਦੀ ਕਿਤਾਬ ਦੇ ਆਲੋਚਨਾ ਦੇ ਨਾਲ ਅਸੀਂ ਕੀ ਕਰਦੇ ਹਾਂ? ਜੀ ਹਾਂ, ਮੈਂ ਸੋਚਦਾ ਹਾਂ ਜੋ ਪਹਿਲਾ ਕੰਮ ਸਾਨੂੰ ਕਰਨ ਦੀ ਲੋੜ ਹੈ ਉਹ ਹੈ ਉਸ ਦੇ ਕੁਝ ਸਮਕਲੀਆਂ ਦੀ ਗਵਾਹੀ ਦੀ ਖੋਹ ਕਰਨਾ। ਹੁਣ ਮੈਂ ਆਪ ਨੂੰ ਸਮਝਾ ਦੇਵਾਂ ਕਿ ਇਸ ਤੋਂ ਮੇਰਾ ਕੀ ਭਾਵ ਹੈ। ਉਸ ਸਮੇਂ ਦੇ ਦੌਰਾਨ ਜਦੋਂ ਦਾਨੀਏਲ ਜੀ ਰਿਹਾ ਸੀ ਅਤੇ ਆਪਣੀ ਭਵਿੱਖਬਾਣੀ ਲਿਖ ਰਿਹਾ ਸੀ, ਤਦ ਉਸ ਦਾ ਇੱਕ ਹੋਰ ਵਿਅਕਤੀ ਸੀ ਜੋ ਕਿ ਉਸ ਦਾ ਸਮਕਲੀ ਸੀ। ਉਸ ਦੀ ਪੁਸਤਕ ਠੀਕ ਦਾਨੀਏਲ ਤੋਂ ਅਗਲੀ ਪੁਸਤਕ ਹੈ ਅਤੇ ਉਸ ਦਾ ਨਾਮ ਹਿਜ਼ਕੀਏਲ ਹੈ। ਬੜੀ ਰੋਚਕ ਗੱਲ ਹੈ ਕਿ ਹਿਜ਼ਕੀਏਲ ਦਾਨੀਏਲ ਦੇ ਬਾਰੇ ਜ਼ਿਕਰ ਕਰਦਾ ਹੈ। ਉਹ ਆਖਦਾ ਹੈ ਕਿ ਦਾਨੀਏਲ ਇੱਕ ਅਸਲ ਵਿਅਕਤੀ ਸੀ, ਇਹ ਕਿ ਉਹ ਜਿੰਦਾ ਸੀ ਅਤੇ ਇਹ ਕਿ ਉਹ ਤਰਕ ਸੰਗਤ ਸੀ। ਇਸ ਤਰ੍ਹਾਂ ਜੇਕਰ ਅਸੀਂ ਦਾਨੀਏਲ ਉੱਤੇ ਵਿਸ਼ਵਾਸ ਨਹੀਂ ਕਰਨ ਜਾ ਰਹੇ, ਤਦ ਹਿਜ਼ਕੀਏਲ ਦੇ ਨਾਲ ਵੀ ਅਸੀਂ ਇੱਕ ਸਮੱਸਿਆ ਪਾਉਂਦੇ ਹਾਂ, ਕਿਉਂਕਿ ਹਿਜ਼ਕੀਏਲ ਆਖਦਾ ਹੈ ਕਿ ਦਾਨੀਏਲ ਅਸਲ ਸੀ। ਭਾਗ ਊੜਾ, ਬਾਈਬਲ ਉੱਤੇ ਆਧਾਰਿਤ ਖੋਜਾਂ ਦੀ ਗਵਾਹੀ ਦੀ ਖੋਜ ਕਰਨਾ। ਮੈਂ ਆਪ ਨੂੰ ਦਿਖਾ ਦੇਵਾਂ ਕਿ ਉਹ ਕਿੱਥੇ ਆਖਦਾ ਹੈ। ਆਪਣੀ ਬਾਈਬਲਾਂ ਵਿੱਚ ਹਿਜ਼ਕੀਏਲ ਨਬੀ ਦੀ ਪੁਸਤਕ 14 ਅਧਿਆਏ ਉਸ ਦੀ 12 ਐਤ ਦੇ ਬਚਨ ਨੂੰ ਕੱਢੋ। ਯਹੋਵਾ ਦਾ ਬਚਨ ਮੇਰੇ ਕੋਲ ਆਇਆ ਕਿ ਹੇ ਆਦਮੀ ਦੇ ਪੁੱਤਰ, ਜਦੋਂ ਕੋਈ ਦੇਸ਼ ਭਾਰੀ ਪਾਪ ਕਰਕੇ ਮੇਰਾ ਅਪਰਾਧੀ ਹੋਵੇ ਅਤੇ ਮੈਂ ਉਸ ਉੱਤੇ ਆਪਣਾ ਹੱਥ ਚੁੱਕਾਂ ਅਤੇ ਉਸ ਦੀ ਰੋਟੀ ਦਾ ਉੱਪਰਲਾ ਭੰਨ ਸੁੱਟਾਂ, ਉੱਥੇ ਕਾਲ ਪਾ ਦੇਵਾਂ ਅਤੇ ਉਸ ਦੇ ਮਨੁੱਖ ਅਤੇ ਡੰਗਰਾਂ ਨੂੰ ਮਾਰ ਸੁੱਟਾਂ। ਹੁਣ ਗੌਰ ਕਰੋ ਤਾਂ ਪ੍ਰਭੂ ਯਹੋਵਾ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ ਕਿ ਭਾਵੇਂ ਇਹ 3 ਮਨੁੱਖ ਉਸ ਵਿੱਚ ਹੋਣ ਤਾਂ ਵੀ ਉਹ ਧੀਆਂ ਅਤੇ ਪੁੱਤਰਾਂ ਨੂੰ ਨਾ ਛੁਡਾ ਸਕਣਗੇ। ਕੇਵਲ ਉਹ ਆਪ ਹੀ ਬਚਣਗੇ ਅਤੇ ਦੇਸ਼ ਵੀਰਾਨ ਹੋ ਜਾਵੇਗਾ। ਤਾਂ ਪ੍ਰਭੂ ਯਹੋਵਾ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ ਕਿ ਭਾਵੇਂ ਇਹ 3 ਮਨੁੱਖ ਉਹਦੇ ਵਿੱਚ ਹੋਣ ਤਾਂ ਵੀ ਉਹ ਧੀਆਂ ਪੁੱਤਰਾਂ ਨੂੰ ਹੀ ਬਚਾ ਸਕਣਗੇ, ਸਗੋਂ ਕੇਵਲ ਉਹ ਆਪ ਹੀ ਬਚਣਗੇ। ਭਾਵੇਂ ਨੂਹ, ਦਾਨੀਏਲ ਅਤੇ ਅਯੂਬ ਉਸ ਵਿੱਚ ਹੋਣ ਤਾਂ ਵੀ ਪ੍ਰਭੂ ਯਹੋਵਾ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸਹੁੰ ਕਿ ਉਹ ਨਾ ਪੁੱਤਰ ਨੂੰ ਛੁਡਾ ਸਕਣਗੇ ਨਾ ਧੀ ਨੂੰ, ਸਗੋਂ ਆਪਣੇ ਧਰਮ ਦੇ ਕਾਰਨ ਕੇਵਲ ਆਪਣੇ ਆਪ ਨੂੰ ਹੀ ਬਚਾ ਲੈਣਗੇ। ਹੁਣ ਹਿਜ਼ਕੀਏਲ ਆਖਦਾ ਹੈ ਕਿ ਦਾਨੀਏਲ ਠੀਕ ਨੂਹ ਜਿੰਨਾ ਹੀ ਅਸਲ ਹੈ ਅਤੇ ਠੀਕ ਅਯੂਬ ਜਿੰਨਾ ਹੀ ਅਸਲ ਹੈ ਅਤੇ ਉਹ ਇਹਨਾਂ 2 ਹੋਰਨਾਂ ਜਿੰਨਾ ਹੀ ਤਰਕ ਸੰਗਤ ਮਨੁੱਖ ਹੈ। ਅਤੇ ਇਸ ਤਰ੍ਹਾਂ ਜੇਕਰ ਅਸੀਂ ਦਾਨੀਏਲ ਦੇ ਨਾਲ ਨਿਪਟਣ ਦੀ ਖੁਆਇਸ਼ ਨਹੀਂ ਰੱਖਦੇ, ਅਸੀਂ ਨੂਹ ਦੇ ਨਾਲ ਵੀ ਨਹੀਂ ਨਿਪਟ ਸਕਦੇ ਅਤੇ ਅਸੀਂ ਅਯੂਬ ਦੇ ਨਾਲ ਵੀ ਨਹੀਂ ਨਿਪਟ ਸਕਦੇ ਅਤੇ ਹਿਜ਼ਕੀਏਲ ਵੀ ਮੁਸ਼ਕਲ ਦੇ ਵਿੱਚ ਹੈ। ਆਪਣੀਆਂ ਬਾਈਬਲਾਂ ਹਿਜ਼ਕੀਏਲ ਨਬੀ ਦੇ 28 ਅਧਿਆਏ ਨੂੰ ਖੋਲੋ, ਜਿੱਥੇ ਪਰਮੇਸ਼ਰ ਸੂਰ ਦੇ ਰਾਜਕੁਮਾਰ ਦਾ ਜ਼ਿਕਰ ਕਰ ਰਿਹਾ ਹੈ। ਹਿਜ਼ਕੀਏਲ ਨਬੀ ਦੀ ਪੁਸਤਕ 28 ਅਧਿਆਏ ਉਸ ਦੀ 3 ਐਤ ਦੇ ਵਚਨ ਵਿੱਚ ਉਹ ਆਖਦਾ ਹੈ, ਇੱਥੇ ਲਿਖਿਆ ਗਿਆ ਹੈ, ਵੇਖ ਤੂੰ ਦਾਨੀਏਲ ਤੋਂ ਸਿਆਣਾ ਹੈ, ਅਜਿਹਾ ਕੋਈ ਭੇਤ ਨਹੀਂ ਜੋ ਤੇਰੇ ਪਾਸੋਂ ਲੁਕਾਇਆ ਹੋਵੇ। ਵੇਖ ਤੂੰ ਦਾਨੀਏਲ ਨਾਲੋਂ ਬੁੱਧਮਾਨੀ ਹੈ। ਮੈਂ ਇਸ ਦਾ ਅਰਥ ਇਹ ਲੈਂਦਾ ਹਾਂ ਕਿ ਪਰਮੇਸ਼ਰ ਫਜਰ ਦੇ ਪੁੱਤਰ ਚਮਕਣ ਵਾਲੇ ਤਾਰੇ ਨੂੰ ਸੰਬੋਧਿਤ ਕਰ ਰਿਹਾ ਹੈ, ਜੋ ਬਾਅਦ ਵਿੱਚ ਸ਼ੈਤਾਨ ਪੌ ਸਾਡਾ ਵੱਡਾ ਬੈਰੀ ਬਣਿਆ ਸੀ। ਜਦੋਂ ਉਸਨੇ ਇਸ ਧਰਤੀ ਉੱਤੇ ਸਭ ਤੋਂ ਵੱਧ ਬੁੱਧੀਮਾਨ ਮਨੁੱਖ ਜੋ ਇਸ ਧਰਤੀ ਉੱਤੇ ਹੋਵੇ ਸੋਚਣਾ ਚਾਹਿਆ ਸੀ, ਤਦ ਉਸਨੇ ਸੁਲੇਮਾਨ ਦਾ ਜ਼ਿਕਰ ਨਹੀਂ ਸੀ ਕੀਤਾ। ਉਸਨੇ ਆਖਿਆ, ਵੇਖ ਤੂੰ ਦਾਨੀਏਲ ਨਾਲੋਂ ਵੱਧ ਬੁੱਧੀਮਾਨ ਹੈ, ਜੋ ਇਹ ਪ੍ਰਗਟ ਕਰਦਾ ਹੈ ਕਿ ਪਰਮੇਸ਼ਰ ਨੇ ਦਾਨੀਏਲ ਦੇ ਬਾਰੇ ਸੋਚਿਆ ਸੀ। ਇਸ ਤਰ੍ਹਾਂ ਸਾਡੇ ਕੋਲ ਦਾਨੀਏਲ ਦੇ ਸਮੀਕਲੀ, ਇੱਕ ਸਮੀਕਲੀ ਜਿਸ ਦਾ ਨਾਮ ਹਿਜ਼ਕੀਏਲ ਹੈ, ਉਸ ਦੀ ਗਵਾਹੀ ਹੈ। ਹਿਜ਼ਕੀਏਲ ਆਖਦਾ ਹੈ ਦਾਨੀਏਲ ਅਸਲ ਹੈ, ਉਹ ਤਰਕ ਸੰਗਤ ਹੈ, ਉਹ ਵਿਸ਼ਵਾਸ ਯੋਗ ਹੈ। ਭਾਗ ਐੜਾ, ਵਰਤਮਾਨ ਖੋਜਾਂ ਦੀ ਗਵਾਹੀ ਦੀ ਖੋਜ ਕਰਨਾ। ਦੂਸਰੀ ਗੱਲ ਮੈਂ ਸਾਡੇ ਆਲੋਚਕਾਂ ਨੂੰ ਆਖਣੀ ਚਾਹਾਂਗਾ ਉਹ ਇਹ ਹੈ ਕਿ ਮੈਂ ਵਰਤਮਾਨ ਸਬੂਤ ਦੀ ਖੋਜ ਕਰਾਂਗਾ ਜੋ ਕਿ ਸਾਡੀ ਜ਼ਿੰਦਗੀ ਦੇ ਦੌਰਾਨ ਸਾਡੇ ਜ਼ਮਾਨੇ ਵਿੱਚ ਖੋਜੀ ਗਈ ਹੈ। ਜਦੋਂ ਇੱਕ ਆਲੋਚਕ ਦਾਨੀਏਲ ਵਰਗੀ ਪੁਸਤਕ ਉੱਤੇ ਧਾਵਾ ਬੋਲਦਾ ਹੈ, ਸਭ ਤੋਂ ਪਹਿਲਾਂ ਉਹ ਇਸ ਦੀ ਪ੍ਰਤਿਸ਼ਠਤਾ ਨੂੰ ਹਟਾਉਂਦਾ ਹੈ। ਉਹ ਇਰਾਦਾ ਕਰ ਲੈਂਦਾ ਹੈ ਕਿ ਉਹ ਇਸ ਉੱਤੇ ਵਿਸ਼ਵਾਸ ਨਹੀਂ ਕਰੇਗਾ। ਫਿਰ ਉਹ ਵਿਰੋਧੀ ਭਾਸ਼ਾ ਨੂੰ ਭਾਲਦਾ ਹੈ, ਹਰ ਪਾਸੇ ਇੱਧਰ ਉੱਧਰ ਜਾਂਦਾ ਹੈ। ਜੀ ਹਾਂ, ਵੇਖੋ ਆਲੋਚਕ ਕਿਵੇਂ ਦਾਨੀਏਲ ਦੀ ਪੁਸਤਕ ਦੇ ਨਾਲ ਖੇਡਣਾ ਪਸੰਦ ਕਰਦੇ ਹਨ। ਉਹ ਤਾਂ ਇੱਥੋਂ ਤੱਕ ਕਿ ਪਹਿਲੀ ਅਤੇ ਦੂਸਰੀਆਂ ਐਤਾਂ ਵਿੱਚ ਵੀ ਨਹੀਂ ਹਨ, ਜਦੋਂ ਕਿ ਉਹ ਪਹਿਲਾਂ ਹੀ ਕਠਿਨਾਈ ਨੂੰ ਭਾਲਣਾ ਆਰੰਭ ਕਰ ਚੁੱਕੇ ਹਨ। ਮਿਸਾਲ ਵਜੋਂ ਪਹਿਲੀ ਅਤੇ ਦੂਸਰੀਆਂ ਐਤਾਂ ਵਿੱਚ ਅਸੀਂ ਨਬੂਕਦਨਜ਼ਰ ਦੇ
ਜ਼ਿਕਰਵਾਦੇ ਪੜ੍ਹਦੇ ਹਾਂ ਜੋ ਯਰੂਸ਼ਲਮ ਵਿੱਚ ਪਾਈ ਜਾਣ ਵਾਲੀ ਹੈਕਲ ਵਿੱਚੋਂ ਭਾਂਡਿਆਂ ਨੂੰ ਲੈ ਕੇ ਉਹਨਾਂ ਨੂੰ ਆਪਣੇ ਦੇਵਤਾਂ ਦੇ ਭੰਡਾਰ ਵਿੱਚ ਰੱਖ ਦਿੰਦਾ ਹੈ। ਦਾਨੀਏਲ ਦੀ ਪੁਸਤਕ ਦੇ ਆਲੋਚਕ ਆਖਦੇ ਹਨ, ਉਹਨਾਂ ਨੇ ਆਮ ਇਤਿਹਾਸ ਵਿੱਚ ਇਹੋ ਜਿਹੀਆਂ ਗੱਲਾਂ ਬਾਰੇ ਕਦੇ ਨਹੀਂ ਸੁਣਿਆ। ਇਹ ਤਾਂ ਇੱਕ ਨਾ ਜਾਣੀ ਜਾਣ ਵਾਲੀ ਰੀਤ ਸੀ, ਕੁਝ ਇਹੋ ਜਿਹਾ ਕਦੇ ਵੀ ਨਹੀਂ ਸੀ ਕੀਤਾ। ਇੱਥੋਂ ਤੱਕ ਕਿ ਆਮ ਇਤਿਹਾਸ ਵਿੱਚ ਵੀ ਉਹ ਇਸ ਦਾ ਜ਼ਿਕਰ ਵੀ ਨਹੀਂ ਸੀ ਪੜ੍ਹ ਸਕਦੇ, ਅਤੇ ਫਿਰ ਵੀ ਇਸ ਸ਼ਤਾਬਦੀ ਦੇ ਆਖਰੀ ਚੌਥਾਈ ਦੇ ਅੰਦਰ ਇੱਕ ਲਿਖਤ ਖੋਜੀ ਗਈ ਸੀ ਜੋ ਨਬੂਕਦਨੇਜ਼ਰ ਨਾਲ ਸੰਬੰਧਿਤ ਸੀ ਕਿ ਉਹ ਹਮੇਸ਼ਾ ਆਪਣੇ ਸਭ ਤੋਂ ਪਸੰਦ ਲੁੱਟ ਦੇ ਮਾਲ ਨੂੰ ਆਪਣੇ ਦੇਵਤੇ ਦੇ ਘਰ ਵਿੱਚ ਰੱਖਦਾ ਹੁੰਦਾ ਸੀ। ਇਹ ਉਸ ਦੀ ਇੱਕ ਖਾਸ ਰੀਤ ਸੀ ਜੋ ਉਸ ਦੇ ਵਿੱਚ ਪਾਈ ਜਾਂਦੀ ਸੀ। ਪਹਿਲੇ ਅਧਿਆਏ ਵਿੱਚ ਅਸਪਚਨ ਨਾਂ ਦੇ ਇੱਕ ਵਿਅਕਤੀ ਦਾ ਜ਼ਿਕਰ ਕੀਤਾ ਗਿਆ ਹੈ। ਆਪ ਇਸ ਨੂੰ ਤੀਸਰੀ ਐਤ ਵਿੱਚ ਪਾਓਗੇ। ਇੱਥੇ ਇਸ ਤਰ੍ਹਾਂ ਲਿਖਿਆ ਗਿਆ ਹੈ, ਔਰ ਰਾਜੇ ਨੇ ਖੁਸਰਿਆਂ ਦੇ ਸਰਦਾਰ ਅਸਪੰਜ ਨੂੰ ਹੁਕਮ ਕੀਤਾ ਕਿ ਉਹ ਇਸਰਾਏਲੀਆਂ ਵਿੱਚੋਂ ਅਤੇ ਰਾਜੇ ਦੀ ਅੰਸ਼ ਵਿੱਚੋਂ ਅਤੇ ਕਲੀਨਾਂ ਵਿੱਚੋਂ ਲੋਕਾਂ ਨੂੰ ਲਿਆ ਕੇ ਪੇਸ਼ ਕਰੇ। ਆਲੋਚਕ ਇਸ ਮਨੁੱਖ ਜੋ ਕਿ ਖੁਸਰਿਆਂ ਦਾ ਸਰਦਾਰ ਸੀ ਉਸ ਦੇ ਬਾਰੇ ਬਹੁਤ ਕੁਝ ਆਖਦੇ ਹਨ। ਉਹ ਆਖਦੇ ਹਨ ਕਿ ਕਦੇ ਵੀ ਕਿਸੇ ਨੇ ਉਸ ਦੇ ਬਾਰੇ ਨਹੀਂ ਸੀ ਸੁਣਿਆ। ਆਪ ਉਸ ਦੇ ਨਾਮ ਦਾ ਜ਼ਿਕਰ ਆਮ ਇਤਿਹਾਸ ਵਿੱਚ ਕਿਧਰੇ ਵੀ ਨਹੀਂ ਪਾ ਸਕਦੇ। ਉਹ ਤਾਂ ਇੱਕ ਨਾ ਜਾਣਿਆ ਜਾਣ ਵਾਲਾ ਮਨੁੱਖ ਸੀ। ਇੱਥੇ ਦਾਨੀਏਲ ਦੀ ਕਲਪਨਾ ਦਾ ਹੋਰ ਭਾਗ ਸਾਨੂੰ ਮਿਲਦਾ ਹੈ, ਪਰ ਇਸ ਸਦੀ ਦੇ ਆਖਰੀ ਚੌਥਾਈ ਦੇ ਦੌਰਾਨ ਇਹ ਨਾਮ ਅਸਪੰਜ ਪ੍ਰਾਚੀਨ ਬਾਬਲ ਦੇ ਸੰਭਾਲੇ ਗਏ ਅਸਥਾਨਾਂ ਵਿੱਚੋਂ ਇੱਕ ਵਿਖੇ ਇਹ ਪਾਇਆ ਗਿਆ ਹੈ, ਜੋ ਕਿ ਇਸ ਸਮੇਂ ਬਰਤਾਨੀਆ ਅਜਾਇਬ ਘਰ ਵਿੱਚ ਪਾਇਆ ਜਾਂਦਾ ਹੈ। ਉੱਥੇ ਇਸ ਤਰ੍ਹਾਂ ਇਹ ਆਖਦਾ ਹੈ, ਅਸਪੰਜ ਨਬੂਕਦਨੇਜ਼ਰ ਦੇ ਸਮੇਂ ਖੁਸਰਿਆਂ ਦਾ ਪ੍ਰਧਾਨ ਸੀ। ਆਪ ਇਸ ਨਾਲੋਂ ਵੱਧ ਸਪਸ਼ਟ ਪ੍ਰਾਪਤ ਨਹੀਂ ਕਰ ਸਕਦੇ। ਮੈਂ ਆਪ ਨੂੰ ਇੱਕ ਹੋਰ ਉਦਾਹਰਨ ਦੇ ਦੇਵਾਂ। ਦਾਨੀਏਲ ਦੀ ਪੁਸਤਕ ਦੇ 5 ਅਧਿਆਏ ਵਿੱਚ ਬਾਈਬਲ ਬਾਣੀ ਦੇ ਵਿਰੋਧੀਆਂ ਦੀ ਹਾਲ ਦੀ ਸਭ ਤੋਂ ਵੱਧ ਰੋਚਕ ਉਦਾਹਰਨ ਇਸ ਅਧਿਆਏ ਵਿੱਚ ਦੇਖਣ ਨੂੰ ਮਿਲਦੀ ਹੈ, ਜਿੱਥੇ ਬਲੈਸ਼ਰ ਬਾਬਲ ਦੇ ਰਾਜਾ ਦੇ ਬਾਰੇ ਆਖਿਆ ਗਿਆ ਹੈ ਕਿ ਉਸ ਦਾ ਕਤਲ ਉਸ ਸ਼ਹਿਰ ਦੇ ਗਿਰਾਏ ਜਾਣ ਦੀ ਰਾਤ ਨੂੰ ਇੱਕ ਪਰਬ ਦੀ ਜ਼ਿਆਫਤ ਦੇ ਦੌਰਾਨ ਕੀਤਾ ਗਿਆ ਸੀ। ਹੁਣ ਆਮ ਇਤਿਹਾਸਕਾਰਾਂ ਨੇ ਬਾਬਲ ਦੇ ਰਾਜਾ ਦਾ ਨਾਂ ਨਬੋ-ਨਿਸੀ ਉਸ ਦਾ ਨਾਮ ਦਿੱਤਾ ਹੈ। ਦੂਸਰੇ ਸ਼ਬਦਾਂ ਵਿੱਚ ਜਦੋਂ ਆਪ ਆਮ ਇਤਿਹਾਸ ਪੜ੍ਹਦੇ ਹੋ, ਆਮ ਇਤਿਹਾਸ ਆਖਦਾ ਹੈ ਕਿ ਬਾਬਲ ਦਾ ਰਾਜਾ ਜਦੋਂ ਇਹ ਰਾਜ ਗਿਰਾਇਆ ਗਿਆ ਸੀ ਉਸ ਸਮੇਂ ਇੱਕ ਮਨੁੱਖ ਸੀ ਜਿਸ ਦਾ ਨਾਮ ਨਬੋ-ਨਿਸੀ ਸੀ, ਪਰ ਬਾਈਬਲ ਬਾਣੀ ਆਖਦੀ ਹੈ ਕਿ ਇਹ ਬਲੇਸ਼ਰ ਸੀ। ਇਸ ਤਰ੍ਹਾਂ ਇੱਥੇ ਇੱਕ ਮਨੁੱਖ ਨੂੰ ਜਾਪਣ ਵਾਲਾ ਵਿਰੋਧਾਭਾਸ ਮਿਲਦਾ ਹੈ, ਅਤੇ ਜੇਕਰ ਆਪ ਬਾਈਬਲ ਦੇ ਇੱਕ ਆਲੋਚਕ ਹੋ ਤਦ ਸੁਭਾਵਿਕ ਤੌਰ ਤੇ ਬਾਈਬਲ ਗਲਤ ਹੈ, ਆਪ ਠੀਕ ਹੋ। ਉਹਨਾਂ ਨੇ ਆਖਿਆ ਸੀ ਕਿ ਨਬੋ-ਨਿਸੀ ਉਸ ਸ਼ਹਿਰ ਦੇ ਉੱਤੇ ਕਬਜ਼ਾ ਕੀਤੇ ਜਾਣ ਦੇ ਵਕਤ ਉੱਥੇ ਮੌਜੂਦ ਨਹੀਂ ਸੀ ਅਤੇ ਉਸ ਨੂੰ ਨਹੀਂ ਸੀ ਮਾਰਿਆ ਗਿਆ, ਬਲਕਿ ਉਸ ਨੂੰ ਤਾਂ ਬੰਦੀ ਬਣਾ ਕੇ ਲਿਜਾਇਆ ਗਿਆ ਸੀ ਅਤੇ ਉਸ ਦੇ ਨਾਲ ਦਇਆਪੂਰਨ ਵਰਤਾਓ ਕੀਤਾ ਗਿਆ ਸੀ, ਅਤੇ ਉਹ ਇੱਕ ਨਿੱਜੀ ਨਾਗਰਿਕਤਾ ਦੇ ਤੌਰ ਤੇ ਅਮੀਰੀ ਦੇ ਦੌਰਾਨ ਰਿਹਾ ਸੀ। ਉਹਨਾਂ ਨੇ ਆਖਿਆ ਸੀ, ਇੱਥੇ ਬਾਈਬਲ ਵਿੱਚ ਗਲਤੀ ਦੀ ਇੱਕ ਸਪਸ਼ਟ ਮਿਸਾਲ ਸਾਨੂੰ ਮਿਲਦੀ ਹੈ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅਸੀਂ ਬਾਈਬਲ ਬਾਣੀ ਦੇ ਵਿੱਚੋਂ ਦਾਨੀਏਲ ਨਬੀ ਦੀ ਪੁਸਤਕ ਦੇ ਬਾਰੇ ਜਾਣਕਾਰੀ ਹਾਸਿਲ ਕਰ ਰਹੇ ਸੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ ਨਾਲ ਜਾਣ ਪਛਾਣ ਕੀਤੀ। ਅਸੀਂ ਜਾਣਿਆ ਕਿ ਬਾਈਬਲ ਦੀਆਂ ਸਭ ਤੋਂ ਵੱਧ ਜਾਣੀਆਂ ਪਛਾਣੀਆਂ ਕਹਾਣੀਆਂ ਵਿੱਚੋਂ ਕੁਝ ਕਹਾਣੀਆਂ ਦਾਨੀਏਲ ਦੀ ਪੁਸਤਕ ਦੇ ਵਿੱਚ ਪਾਈਆਂ ਜਾਂਦੀਆਂ ਹਨ। ਲੂਕਾ 21 ਅਧਿਆਇ ਦੀ 24 ਆਇਤ ਦੇ ਵਚਨ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ, ਉਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਬੰਧੂਏ ਹੋ ਕੇ ਸਭ ਕੌਮਾਂ ਦੇ ਵਿੱਚ ਪਹੁੰਚਾਏ ਜਾਣਗੇ, ਔਰ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਏਗਾ, ਜਦ ਤੀਕਰ ਪਰਾਈਆਂ ਕੌਮਾਂ ਦਾ ਸਮਾਂ ਪੂਰਾ ਨਾ ਹੋ ਜਾਏ। ਦਾਨੀਏਲ ਦੀ ਪੁਸਤਕ ਪਰਾਈ ਕੌਮਾਂ ਦੇ ਸਮਿਆਂ ਦੇ ਬਾਰੇ ਪੁਸਤਕ ਹੈ। ਦਾਨੀਏਲ ਪਰਾਈ ਕੌਮਾਂ ਦੇ ਸਮੇਂ ਦਾ ਇੱਕ ਨਬੀ ਹੈ। ਉਹ ਇੱਕ ਦਰਸ਼ਨ ਦੇ ਰੂਪ ਵਿੱਚ ਆਪਣੇ ਜ਼ਮਾਨੇ ਦੀਆਂ ਪਰਾਈਆਂ ਕੌਮਾਂ ਦੀਆਂ ਪਾਤਸ਼ਾਹੀਆਂ ਦੇ ਖੜੇ ਹੋਣ ਅਤੇ ਉਹਨਾਂ ਦੇ ਢਹਿ ਜਾਣ ਦੀ ਤਸਵੀਰ ਨੂੰ ਲਿਖਦਾ ਹੈ। ਦਾਨੀਏਲ ਇਸ ਜਗਤ ਦੀ ਭਵਿੱਖਬਾਣੀ ਦੇ ਕੈਲੰਡਰ ਨੂੰ ਸਾਡੇ ਲਈ ਪੇਸ਼ ਕਰਦਾ ਹੈ। ਮਹਾਨ ਸਾਇੰਸਦਾਨ ਆਈਜ਼ਕ ਨਿਊਟਨ, ਜਿਨੇ ਗੁਰਤਵਾਕਰਸ਼ਣ ਦਾ ਸਿਧਾਂਤ ਦਿੱਤਾ ਸੀ, ਉਹ ਕਹਿੰਦਾ ਹੈ ਕਿ ਜੋ ਵੀ ਦਾਨੀਏਲ ਦੀ ਭਵਿੱਖਬਾਣੀਆਂ ਦੀ ਪੁਸਤਕ ਦਾ ਤਿਰਸਕਾਰ ਕਰਦਾ ਹੈ, ਉਹ ਤਾਂ ਇਸੇ ਤਰ੍ਹਾਂ ਕਰਦਾ ਹੈ ਜਿਵੇਂ ਕਿ ਉਹ ਮਸੀਹਤ ਨੂੰ ਹਲਕਾ ਕਰਕੇ ਲੈਂਦਾ ਹੈ, ਜੋ ਕਿ ਇੱਕ ਤਰ੍ਹਾਂ ਨਾਲ ਦਾਨੀਏਲ ਦੀਆਂ ਮਸੀਹ ਦੇ ਬਾਰੇ ਕੀਤੇ ਗਈਆਂ ਹੋਈਆਂ ਭਵਿੱਖਬਾਣੀਆਂ ਉੱਤੇ ਆਧਾਰਿਤ ਹੈ।
ਦਾਨੀਏਲ ਦੀ ਪੁਸਤਕ ਦੀਆਂ ਮਹਾਨ ਭਵਿੱਖਬਾਣੀਆਂ ਤੋਂ ਇਨਕਾਰ ਕਰਨਾ ਅਤੇ ਉਹਨਾਂ ਨੂੰ ਇੱਕ ਪਾਸੇ ਰੱਖ ਦੇਣਾ ਸਾਨੂੰ ਆਉਣ ਵਾਲੀਆਂ ਘਟਨਾਵਾਂ ਨਾਲ ਸੰਬੰਧਿਤ ਵਚਨ ਦੇ ਗਿਆਨ ਤੋਂ ਵਾਂਝਾ ਕਰ ਦਿੰਦਾ ਹੈ। ਇੱਥੇ ਸਾਨੂੰ ਸਮਝਣ ਦੀ ਲੋੜ ਹੈ ਕਿ ਦਾਨੀਏਲ ਦੀ ਪੁਸਤਕ ਵਿਚਲੀਆਂ ਇਹ ਭਵਿੱਖਬਾਣੀਆਂ ਇੱਕ ਇਹੋ ਜਿਹੇ ਸਮੇਂ ਵਿੱਚ ਦਿੱਤੀਆਂ ਗਈਆਂ ਸਨ ਜਦੋਂ ਇਜ਼ਰਾਈਲ ਕੌਮ ਨੂੰ ਇੱਕ ਕੌਮ ਵਜੋਂ ਇੱਕ ਪਾਸੇ ਪਰਖਿਆ ਗਿਆ ਸੀ, ਜਦੋਂ ਪਰਾਈਆਂ ਕੌਮਾਂ ਦੇ ਸਮਿਆਂ ਦਾ ਆਰੰਭ ਹੋਇਆ ਸੀ ਅਤੇ ਉਹ ਅੰਤ ਤੱਕ ਪਹੁੰਚਣ ਵਾਲੀਆਂ ਸਦੀਆਂ ਦੀ ਇੱਕ ਲੰਬੀ ਝਾਂਕੀ ਪ੍ਰਦਾਨ ਕਰਦੀ ਹੈ। ਦਾਨੀਏਲ ਦੀ ਪੁਸਤਕ ਨਵੇਂ ਨੇਮ ਦੀ ਪ੍ਰਕਾਸ਼ ਦੀ ਪੁਸਤਕ ਦੀ ਕੁੰਜੀ ਹੈ ਅਤੇ ਜੋ ਕੋਈ ਵੀ ਬਾਈਬਲ ਦੀ ਪੁਸਤਕ ਨੂੰ ਸਮਝਣ ਦਾ ਉਦੇਸ਼ ਰੱਖਦਾ ਹੋਵੇ, ਜ਼ਰੂਰੀ ਹੈ ਕਿ ਉਹ ਦਾਨੀਏਲ ਦੀ ਪੁਸਤਕ ਦੇ ਵਿੱਚ ਬਹੁਤ ਸਾਰਾ ਸਮਾਂ ਬਤੀਤ ਕਰੇ। ਦਾਨੀਏਲ ਦੀ ਪੁਸਤਕ ਦੇ 1 ਤੋਂ ਲੈ ਕੇ 6 ਅਧਿਆਇਆਂ ਦੇ ਵਿੱਚ ਇਤਿਹਾਸ ਹੈ ਅਤੇ 7 ਤੋਂ ਲੈ ਕੇ 10 ਅਧਿਆਇਆਂ ਦੇ ਵਿੱਚ ਭਵਿੱਖਬਾਣੀਆਂ ਹਨ। ਕਿਸੇ ਨੇ ਇਸ ਬਾਰੇ ਠੀਕ ਹੀ ਕਿਹਾ ਹੈ ਕਿ 1 ਤੋਂ ਲੈ ਕੇ 6 ਅਧਿਆਇਆਂ ਦੇ ਵਿੱਚ ਦਾਨੀਏਲ ਰਾਜਿਆਂ ਦੇ ਅੱਗੇ ਪਰਮੇਸ਼ਰ ਦੇ ਭੇਤਾਂ ਨੂੰ ਪ੍ਰਗਟ ਕਰ ਰਿਹਾ ਸੀ ਅਤੇ 7 ਤੋਂ 10 ਅਧਿਆਇਆਂ ਦੇ ਵਿੱਚ ਸਵਰਗਦੂਤ ਦਾਨੀਏਲ ਦੇ ਅੱਗੇ ਪਰਮੇਸ਼ਰ ਦੇ ਭੇਤਾਂ ਨੂੰ ਪ੍ਰਗਟ ਕਰ ਰਹੇ ਸੀ। ਅਸੀਂ ਸਿੱਖਿਆ ਕਿ ਸਾਨੂੰ ਕੁਝ ਗੱਲਾਂ ਉੱਤੇ ਗੌਰ ਕਰਨਾ ਜ਼ਰੂਰੀ ਹੈ ਤਾਂ ਕਿ ਸਾਨੂੰ ਇਹ ਪਤਾ ਚੱਲੇ ਕਿ ਭਵਿੱਖਬਾਣੀਆਂ ਦੇ ਉੱਤੇ ਗੱਲਬਾਤ ਕਰਨਾ ਤਰਕਸੰਗਤ ਹੈ ਜਾਂ ਨਹੀਂ। ਅਸੀਂ ਸਿੱਖਿਆ ਕਿ ਸਾਨੂੰ ਪੁਸਤਕ ਦੀ ਪਰਖ ਕਰਨੀ ਚਾਹੀਦੀ ਹੈ। ਦਾਨੀਏਲ ਦੀ ਪੁਸਤਕ ਦੀ ਆਲੋਚਨਾ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ? ਅਸੀਂ ਸਿੱਖਿਆ ਕਿ ਇਸ ਦੇ ਲਈ ਜੋ ਪਹਿਲਾ ਕੰਮ ਸਾਨੂੰ ਕਰਨ ਦੀ ਲੋੜ ਹੈ ਉਹ ਹੈ ਉਸ ਦੇ ਕੁਝ ਸਮਕਾਲੀਨ ਲੋਕਾਂ ਦੀ ਗਵਾਹੀ ਦੀ ਖੋਜ ਕਰਨਾ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਸਾਨੂੰ ਬਾਈਬਲ ਉੱਤੇ ਆਧਾਰਿਤ ਖੋਜਾਂ ਦੀ ਗਵਾਹੀ ਦੀ ਖੋਜ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਅਸੀਂ ਸਿੱਖਿਆ ਕਿ ਸਾਨੂੰ ਵਰਤਮਾਨ ਖੋਜਾਂ ਦੀ ਗਵਾਹੀ ਦੀ ਖੋਜ ਕਰਨੀ ਚਾਹੀਦੀ ਹੈ। ਦੋਸਤੋ, ਉਮੀਦ ਕਰਦੇ ਹਾਂ ਸਾਡਾ ਅੱਜ ਦਾ ਅਧਿਐਨ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਇਆ ਹੋਵੇਗਾ ਅਤੇ ਇਸ ਤੋਂ ਤੁਹਾਨੂੰ ਬੜੀ ਆਸ਼ੀਸ਼ ਮਿਲੀ ਹੋਏਗੀ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਦੇ ਬਾਕੀ ਦੇ ਹਿੱਸੇ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਜੀ, ਅੱਜ ਤੋਂ ਇੱਕ ਨਵੇਂ ਵਿਸ਼ੇ ਦੇ ਉੱਤੇ ਤੁਸੀਂ ਸਾਨੂੰ ਮੌਕਾ ਦਿੱਤਾ ਸਿੱਖਣ ਦਾ। ਪ੍ਰਭੂ ਜੀ, ਅਸੀਂ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਰ, ਇਹ ਇੱਕ ਮਹੱਤਵਪੂਰਨ ਔਰ ਬਹੁਤ ਡੂੰਘੀ ਕਿਤਾਬ ਹੈ। ਦਾਨੀਏਲ ਦੀ ਕਿਤਾਬ ਦਾ ਪ੍ਰਭੂ ਜੀ ਅਧਿਐਨ ਸੱਚਮੁੱਚ ਪਿਤਾ ਪਰਮੇਸ਼ਰ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਅਸੀਂ ਇਸ ਦੇ ਜ਼ਰੀਏ ਇਸ ਦੁਨੀਆ ਦੀ ਅੰਤ ਦੀ ਭਵਿੱਖਬਾਣੀਆਂ ਦੀ ਖਬਰਾਂ ਨੂੰ ਸੁਣਦੇ ਹਾਂ। ਪਿਤਾ ਪਰਮੇਸ਼ਰ, ਤੁਸੀਂ ਸਾਡੀ ਮਦਦ ਕਰੋ ਕਿ ਇਹ ਮਹੱਤਵਪੂਰਨ ਕਿਤਾਬ ਨੂੰ ਅਸੀਂ ਦਿਲਚਸਪੀ ਨਾਲ ਔਰ ਮਿਹਨਤ ਦੇ ਨਾਲ ਸੁਣ ਸਕੀਏ, ਸਮਝ ਸਕੀਏ ਔਰ ਇਸ ਦਾ ਜੋ ਵਚਨ ਅਸੀਂ ਸੁਣਦੇ ਹਾਂ ਉਸ ਨੂੰ ਆਪਣੀ ਜ਼ਿੰਦਗੀਆਂ 'ਚ ਲਾਗੂ ਕਰ ਸਕੀਏ। ਸਾਡੀ ਇਸ ਪ੍ਰਾਰਥਨਾ ਨੂੰ ਸੁਣ ਲਓ, ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।